ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਿਕ ਕਿਰਨਾਂ ਵਿੱਚ ਦਰਜ ਪਵਨ ਹਰਚੰਦਪੁਰੀ ਦੀ ਕਵਿਤਾ ਗੁਰੂ ਉਪਦੇਸ਼ ਪੜ੍ਹਨ ਜਾ ਰਹੇ ਹਾਂ, ਜੋ ਕਿ ਉਹਨਾਂ ਦੀ ਪੁਸਤਕ ਮਹਾਂਕਾਵ ਜਨਮੇ ਖਾਲਸਾ ਇਤਿਹਾਸ ਦੇ ਵਿਲੱਖਣ ਦਸਤਾਵੇਜ਼ ਵਿੱਚੋਂ ਲਈ ਗਈ ਹੈ। ਇਹ ਉਸ ਦਾ 22ਵਾਂ ਸਰਗ ਹੈ। ਮਹਾਂਕਾਵ ਉਹ ਕਾਵ ਰੂਪ ਹੁੰਦਾ ਹੈ ਜਿਸ ਰਾਹੀਂ ਜੀਵਨ ਦੀ ਕਿਸੇ ਮਹਾਨ ਘਟਨਾ ਨੂੰ ਛੰਦਬੱਧ ਕੀਤਾ ਗਿਆ ਹੋਵੇ। ਖਾਲਸਾ ਪੰਥ ਦੀ ਸਾਜਨਾ 13 ਅਪ੍ਰੈਲ 1699 ਈਸਵੀ ਵਿੱਚ ਅਨੰਦਪੁਰ ਦੀ ਸਾਹਿਬ ਦੀ ਧਰਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਹੋਏ ਨਿਰਾਲੇ ਪੰਥ ਦੀ ਮੁਕੰਮਲਤਾ ਖਾਲਸਾ ਪੰਥ ਸਾਜ ਕੇ ਕੀਤੀ। ਖਾਲਸਾ ਪੰਥ ਦੀ ਸਾਜਨਾ ਲਈ ਕੁਝ ਉਸ ਵੇਲੇ ਦੀਆਂ ਖਾਸ ਪ੍ਰਸਥਿਤੀਆਂ ਜ਼ਿੰਮੇਵਾਰ ਸਨ, ਜਿਵੇਂ ਔਰੰਗਜ਼ੇਬ ਬਾਦਸ਼ਾਹ ਮੁਸਲਮਾਨ ਧਰਮ ਵਿੱਚ ਇੰਨਾ ਕੱਟੜ ਸੀ ਕਿ ਉਹ ਹਿੰਦੁਸਤਾਨ ਨੂੰ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ। ਉਹ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਉਣ ਲਈ ਉਹਨਾਂ 'ਤੇ ਜ਼ੁਲਮ ਕਰਨ ਲੱਗਾ। ਮੰਦਰ ਢਹਿ ਢੇਰੀ ਕਰ ਦਿੱਤੇ ਗਏ, ਸਕੂਲ ਬੰਦ ਕਰ ਦਿੱਤੇ ਗਏ, ਟੈਕਸਾਂ ਨੂੰ ਵਧਾ ਦਿੱਤਾ ਗਿਆ। ਜਜ਼ੀਆ ਨਾਂ ਦਾ ਟੈਕਸ ਕੇਵਲ ਗੈਰ ਮੁਸਲਮਾਨਾਂ 'ਤੇ ਹੀ ਲੱਗਦਾ ਸੀ। ਹਿੰਦੂ ਜਨਤਾ ਕਮਜ਼ੋਰ ਅਤੇ ਕਾਇਰਾਂ ਵਾਂਗ ਚੁੱਪਚਾਪ ਜ਼ੁਲਮ ਸਹਿ ਰਹੀ ਸੀ ਅਤੇ ਲੁਕ ਛਿਪ ਕੇ ਜਾਨਾਂ ਬਚਾ ਰਹੀ ਸੀ। ਉਹਨਾਂ ਦੀ ਰੱਖਿਆ ਲਈ ਪਹਿਲਾਂ ਗੁਰੂ ਸਾਹਿਬ ਨੇ ਆਪਣੇ ਪਿਤਾ ਜੀ ਨੂੰ ਸ਼ਹਾਦਤ ਲਈ ਤੋਰਿਆ ਅਤੇ ਫਿਰ ਬਾਣੀ ਅਤੇ ਬਾਣੇ ਦੀ ਪਾਣ ਚਾੜ ਕੇ ਅਜਿਹਾ ਨਿਰਾਲਾ ਖਾਲਸਾ ਪੰਥ ਸਾਜਿਆ ਜੋ ਜ਼ੁਲਮ ਦੇ ਨਾਲ ਟੱਕਰ ਲਵੇਗਾ ਅਤੇ ਇਸ ਧਰਤੀ ਤੋਂ ਹਮੇਸ਼ਾ ਲਈ ਜ਼ੁਲਮ ਦਾ ਖਾਤਮਾ ਕਰ ਦੇਵੇਗਾ। ਇਸ ਕਵਿਤਾ ਵਿੱਚ ਕਵੀ ਨੇ ਖਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਗੁਰੂ ਜੀ ਵੱਲੋਂ ਖਾਲਸੇ ਨੂੰ ਉਸਦੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਦਾ ਉਪਦੇਸ਼ ਦਿੱਤਾ ਗਿਆ ਹੈ। ਤੇ ਆਓ ਹੁਣ ਇਸ ਕਵਿਤਾ ਦੀ ਵਿਆਖਿਆ ਸ਼ੁਰੂ ਕਰੀਏ। ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੋਸ਼ਨ ਸ਼ਮਾ ਇਹ ਰਹੂਗੀ ਜਗ ਅੰਦਰ, ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ। ਇਹਨਾਂ ਲਾਈਨਾਂ ਵਿੱਚ ਕਵੀ ਕਹਿ ਰਿਹਾ ਹੈ ਕਿ 10 ਗੁਰੂ ਸਾਹਿਬਾਨਾਂ ਨੇ ਜੋ ਸਿੱਖੀ ਦੀ ਜੋਤ ਜਗਾਈ ਹੈ ਉਹ ਸਦਾ ਅਮਰ ਹੈ ਅਤੇ ਉਹ ਮੋਮਬੱਤੀ ਦੀ ਤਰ੍ਹਾਂ ਸਾਰੇ ਸੰਸਾਰ ਨੂੰ ਰੌਸ਼ਨ ਕਰ ਰਹੀ ਹੈ, ਗਿਆਨ ਦਾ ਚਾਨਣ ਵੰਡ ਰਹੀ ਹੈ। ਇਹ ਤੇਜ਼ ਰੌਸ਼ਨੀ ਜੋ ਸਿੱਖੀ ਦੀ ਜੋਤ ਹੈ, ਇਹ ਇੱਕ ਤੇਜ਼ ਰੌਸ਼ਨੀ ਦੀ ਤਰ੍ਹਾਂ ਹੈ। ਇਹ ਇਨਸਾਨ ਦੀ ਮਨ ਦੀ ਸੋਚ ਨੂੰ ਵੀ ਰੌਸ਼ਨ ਕਰ ਦੇਵੇਗੀ ਅਤੇ ਹਰ ਇੱਕ ਦੇ ਮਨ ਨੂੰ ਗਿਆਨ ਦੇ ਚਾਨਣ ਨਾਲ ਸੂਰਜ ਦੀ ਤਰ੍ਹਾਂ ਲਿਸ਼ਕਾਉਂਦੀ ਰਹੇਗੀ। ਕਵੀ ਕਹਿ ਰਿਹਾ ਹੈ ਕਿ ਜੋ ਸਿੱਖੀ ਦੀ ਜੋਤ ਗੁਰੂ ਸਾਹਿਬਾਨਾਂ ਨੇ ਜਲਾਈ ਹੈ, ਉਸ ਦਾ ਗਿਆਨ ਪੂਰੇ ਸੰਸਾਰ ਵਿੱਚ ਚਾਨਣ ਵੰਡ ਰਿਹਾ ਹੈ ਅਤੇ ਸੰਸਾਰ ਵਿੱਚੋਂ ਅਗਿਆਨਤਾ ਦਾ ਹਨੇਰਾ ਅਲੋਪ ਹੁੰਦਾ ਜਾ ਰਿਹਾ ਹੈ। ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਦੀ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਸਾੜ ਦੇਵੇ ਇਹ ਅੱਗ ਘਰ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਗੁਰੂ ਜੀ ਨੇ ਖਾਲਸੇ ਨੂੰ ਇਹ ਉਪਦੇਸ਼ ਦਿੱਤਾ ਕਿ ਜੀਵਾਂ 'ਤੇ ਰਹਿਮ ਕਰਨਾ, ਚੰਗੇ ਕਰਮ ਕਰਨਾ ਅਤੇ ਆਪਣੇ ਧਰਮ ਵਿੱਚ ਪਰਪੱਕ ਰਹਿਣਾ, ਇਹਨਾਂ ਤਿੰਨਾਂ ਦੀ ਸਾਂਝ ਬਣਾ ਕੇ ਰੱਖਣੀ ਹੈ, ਕਿਉਂਕਿ ਇਹਨਾਂ ਤਿੰਨਾਂ ਦੀ ਸਾਂਝ ਜੇਕਰ ਟੁੱਟ ਗਈ ਤਾਂ ਨਫ਼ਰਤ ਦੀ ਅੱਗ ਪੈਦਾ ਹੋ ਜਾਵੇਗੀ ਅਤੇ ਨਫ਼ਰਤ ਦੀ ਅੱਗ ਇਹੋ ਜਿਹੀ ਹੈ ਜਿਹੜੀ ਹੋਰਨਾਂ ਦੇ ਘਰ ਤਾਂ ਜਲਾਉਂਦੀ ਹੀ ਹੈ, ਸਗੋਂ ਆਪਣੇ ਘਰ ਦਾ ਵੀ ਲਿਹਾਜ਼ ਨਹੀਂ ਕਰਦੀ। ਇਸ ਲਈ ਨਫ਼ਰਤ ਦੀ ਅੱਗ ਨੂੰ ਕਦੇ ਵੀ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨੀ, ਨਹੀਂ ਤਾਂ ਆਪੋ ਵਿੱਚ ਹੀ ਵਿਤਕਰਾ ਪੈ ਜਾਵੇਗਾ। ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਹੀਓਂ ਰਹੂਗੀ ਹੋਸ਼ ਵਿੱਚ ਸੋਚ ਸਿੰਘੋ, ਗਰਮੀ ਆਵੇ ਜੇ ਸੋਚ ਨੂੰ ਲੂਹਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਇਹਨਾਂ ਸਤਰਾਂ ਵਿੱਚ ਕਵੀ ਲਿਖਦਾ ਹੈ ਕਿ ਗੁਰੂ ਜੀ ਨੇ ਖਾਲਸੇ ਨੂੰ ਬੇਲੋੜੇ ਜੋਸ਼ ਨਾਲੋਂ ਹੋਸ਼ ਵਿੱਚ ਰਹਿਣ ਦੀ ਨਸੀਹਤ ਦਿੰਦੀ ਹੈ। ਗੁਰੂ ਜੀ ਫਰਮਾਉਂਦੇ ਹਨ ਕਿ ਆਪਣੇ ਜੋਸ਼ ਨੂੰ ਨੇਕ ਸੋਚ 'ਤੇ ਹਾਵੀ ਨਾ ਹੋਣ ਦਿਓ, ਤਾਂ ਹੀ ਸੋਚ ਜਿਹੜੀ ਹੈ ਉਹ ਹੋਸ਼ ਵਿੱਚ ਰਹੇਗੀ।
ਜੇਕਰ ਤੁਹਾਡੇ ਵਿੱਚ ਬਦਲੇ ਦੀ ਭਾਵਨਾ ਵਾਲਾ ਜੋਸ਼ ਆ ਵੀ ਜਾਵੇ ਤਾਂ ਐਸੀ ਗਰਮੀ ਨੂੰ ਤੁਸੀਂ ਕਾਬੂ ਕਰਕੇ ਰੱਖਣਾ। ਭਾਵ ਆਪਣੀ ਨੇਕ ਸੋਚ ਉੱਤੇ ਬੇਲੋੜਾ ਜੋਸ਼ ਹਾਵੀ ਨਹੀਂ ਹੋਣ ਦੇਣਾ। ਆਪਣੀ ਕਿਰਤ 'ਚੋਂ ਕੱਢ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ। ਭੁੱਖਾ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਥਾਈਂ ਤੁਸੀਂ ਛਕਾ ਦੇਣਾ। ਦਸੌਂਦ ਦਾ ਅਰਥ ਹੁੰਦਾ ਹੈ ਕਿ ਆਪਣੀ ਮਿਹਨਤ ਦੀ ਕਮਾਈ ਦਾ 10ਵਾਂ ਹਿੱਸਾ ਕੱਢਣਾ ਅਤੇ ਜ਼ਰੂਰਤਮੰਦਾਂ ਦੇ ਲੇਖੇ ਲਾਉਣਾ। ਗੁਰੂ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ 10ਵਾਂ ਹਿੱਸਾ ਕੱਢ ਕੇ ਲੋੜਵੰਦਾਂ ਦੀ ਮਦਦ ਕਰਨ। ਇਸ ਤੋਂ ਇਲਾਵਾ ਜੇ ਕੋਈ ਭੁੱਖਾ ਉਹਨਾਂ ਦੇ ਦਰ 'ਤੇ ਆ ਕੇ ਰੋਟੀ ਮੰਗੇ ਤਾਂ ਉਸ ਨੂੰ ਰੋਟੀ ਜ਼ਰੂਰ ਖਵਾਉਣੀ। ਭੁੱਖੇ ਨੂੰ ਰੋਟੀ ਖਵਾਉਣੀ ਵੀ ਤੁਹਾਡਾ ਮੁੱਢਲਾ ਧਰਮ ਹੈ। ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਦੇ। ਇਹਨਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਗੁਰੂ ਜੀ ਨੇ ਸਾਰਿਆਂ ਨੂੰ ਏਕਤਾ ਵਿੱਚ ਰਹਿਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਖਾਲਸੇ ਨੂੰ ਕਿਹਾ ਕਿ ਇਸ ਸੰਸਾਰ ਵਿੱਚ ਕੋਈ ਵੀ ਛੋਟਾ ਵੱਡਾ ਨਹੀਂ, ਕਿਉਂਕਿ ਸਾਰੇ ਇੱਕੋ ਹੀ ਰੱਬੀ ਨੂਰ ਤੋਂ ਪੈਦਾ ਹੋਏ ਹਨ। ਜਿਸ ਤਰ੍ਹਾਂ ਕਿ ਅਸੀਂ ਪੜ੍ਹਦੇ ਹਾਂ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਲਈ ਹਰ ਇੱਕ ਨੂੰ ਪਰਮਾਤਮਾ ਦੇ ਬੰਦੇ ਸਮਝ ਕੇ ਪਿਆਰ ਕਰਨਾ ਅਤੇ ਕਦੇ ਵੀ ਕਿਸੇ ਨਾਲ ਮਾੜਾ ਨਹੀਂ ਬੋਲਣਾ। ਪਿਆਰੇ ਵਿਦਿਆਰਥੀਓ, ਬਾਕੀ ਕਵਿਤਾ ਦੀ ਵਿਆਖਿਆ ਤੁਸੀਂ ਗੁਰੂ ਉਪਦੇਸ਼ ਕਵਿਤਾ ਦੇ ਦੂਸਰੇ ਭਾਗ ਵਾਲੀ ਵੀਡੀਓ ਵਿੱਚ ਸੁਣ ਸਕੋਗੇ। ਧੰਨਵਾਦ।